ਸੋ ਸਵਾਗਤ ਕਰਦੇ ਹਾਂ ਜੀ ਇੱਕ ਵਾਰ ਫਿਰ ਆਪ ਸਭ ਦਾ ਅੱਜ ਦੇ ਇਸ ਰਿਲੀਜੀਅਸ ਸੈਗਮੈਂਟ ਵਿੱਚ। ਅੱਜ ਦੇ ਇਸ ਪ੍ਰੋਗਰਾਮ ਵਿੱਚ ਮੇਰਾ ਸਾਥ ਦੇਣਗੇ ਭਾਈ ਦੀਪਿੰਦਰ ਸਿੰਘ ਜੀ, ਜਿਹੜੇ ਕਿ ਇੱਕ ਬਹੁਤ ਹੀ ਇੰਪੋਰਟੈਂਟ ਇਸ਼ੂ ਦੇ ਉੱਤੇ ਸਾਡੇ ਨਾਲ ਸਾਂਝ ਪਾਉਣਗੇ। ਸੇਵਾ ਦੀ ਸਾਨੂੰ ਪਤਾ ਬਹੁਤ ਮਹੱਤਤਾ ਹੈ ਤੇ ਖਾਸ ਤੌਰ ਤੇ ਹਰ ਇੱਕ ਧਰਮ ਵਿੱਚ ਇਹ ਕਿਹਾ ਜਾਂਦਾ ਹੈ ਕਿ ਨਿਸ਼ਕਾਮ ਹੋ ਕੇ ਸੇਵਾ ਕਰਨੀ ਚਾਹੀਦੀ ਹੈ। ਸੇਵਾ ਦਾ ਕਨਸੈਪਟ ਜਿਹੜਾ ਸਿੱਖੀਜ਼ਮ ਵਿੱਚ ਹੈ ਉਸ ਨੂੰ ਅੱਜ ਪਰਸਪੈਕਟਿਵ ਵਿੱਚ ਲੈ ਕੇ ਆਉਂਦੇ ਹਾਂ ਤੇ ਗੱਲਬਾਤ ਕਰਦੇ ਹਾਂ ਭਾਈ ਦੀਪਿੰਦਰ ਸਿੰਘ ਜੀ ਨਾਲ। ਜੀ ਆਨੂ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਭਾਈ ਸਾਹਿਬ, ਸੇਵਾ ਦੀ ਜਦੋਂ ਅਸੀਂ ਗੱਲ ਕਰਦੇ ਹੈਗੇ ਤਾਂ ਸੇਵਾ ਦੇ ਕਨਸੈਪਟ ਦੇ ਬਾਰੇ ਸਾਨੂੰ ਅੱਜ ਦੱਸੋ ਕਿ ਗੁਰਬਾਣੀ ਕੀ ਕਹਿੰਦੀ ਹੈ ਜੀ। ਸਭ ਤੋਂ ਪਹਿਲਾਂ ਸਾਨੂੰ ਸੇਵਾ ਦੇ ਅਰਥ ਜਾਣਨੇ ਚਾਹੀਦੇ ਨੇ ਜੀ ਕਿ ਸੇਵਾ ਦੇ ਅਰਥ ਕੀ ਨੇ। ਸੇਵਾ ਦਾ ਅਰਥ ਹੈ ਖਿਦਮਤ ਅਤੇ ਟਹਿਲ। ਰਾਈਟ। ਸੇਵਾ ਸੰਸਕ੍ਰਿਤ ਸ਼ਬਦ ਦੇ ਸੇਵ ਸ਼ਬਦ ਦੇ ਅਰਥ ਤੋਂ ਬਣਿਆ ਔਰ ਲਗਭਗ ਹਰ ਧਰਮ ਦੇ ਅੰਦਰ ਇਹਦੀ ਮਹਾਨਤਾ ਹੈ ਜੀ। ਲੇਕਿਨ ਸਿੱਖ ਧਰਮ ਦੇ ਅੰਦਰ ਇਹ ਇੱਕ ਨਿਵੇਕਲਾ ਸਥਾਨ ਰੱਖਦਾ ਹੈ, ਜਿਹਦੇ ਅੰਦਰ ਅਸੀਂ ਗੁਰੂ ਘਰਾਂ ਦੇ ਅੰਦਰ ਆ ਕੇ ਪ੍ਰੈਕਟੀਕਲੀ ਤੌਰ ਤੇ ਸਿੱਖਦੇ ਹਾਂ ਜੀ ਔਰ ਉਸ ਸਿੱਖੀ ਹੋਈ ਸੇਵਾ ਨੂੰ ਸਮਾਜ ਦੇ ਅੰਦਰ, ਸੰਸਾਰ ਦੇ ਅੰਦਰ ਜਾ ਕੇ ਪ੍ਰਚਾਰਦੇ ਹਾਂ ਔਰ ਉਸ ਰੂਪ ਦੇ ਅੰਦਰ ਸੇਵਾ ਨੂੰ ਨਿਭਾਉਂਦੇ ਹਾਂ। ਠੀਕ ਹੈ। ਵੱਖਰੇ ਵੱਖਰੇ ਸ਼ਬਦਾਂ ਦੇ ਅੰਦਰ ਗੁਰੂ ਪਾਤਸ਼ਾਹ ਜੀ ਸਾਨੂੰ ਸਮਝਾਉਂਦੇ ਨੇ ਵੀ ਸੇਵਾ ਕਰਨੀ ਕੀ ਹੈ, ਕਿਹਨੂੰ ਸੇਵਾ ਕਿਹਾ ਜਾਂਦਾ ਜੀ। ਜਿਵੇਂ ਪਾਤਸ਼ਾਹ ਜੀ ਕਹਿੰਦੇ ਨੇ ਸਾ ਸੇਵਾ ਕੀਤੀ ਸਫਲ ਹੈ ਜੇ ਸਤਿਗੁਰੂ ਕਾ ਮਨ ਮੰਨੇ ਜਾਂ ਸਤਿਗੁਰੂ ਕਾ ਮਨ ਮੰਨਿਆ ਤਾਂ ਪਾਪ ਕਸਮ ਮਲ ਭੰਨੇ। ਜਾਂ ਇਉਂ ਕਹਿ ਲਿਓ ਵੀ ਸਤਿਗੁਰੂ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ। ਹੁਣ ਉਹ ਸੇਵਾ ਸਫਲ ਕਿਹਦੀ ਹੋ ਸਕਦੀ ਹੈ ਜਾਂ ਕਿਸ ਰੂਪ ਦੇ ਅੰਦਰ ਅਸੀਂ ਸੇਵਾ ਨੂੰ ਲੈਣਾ ਹੈ। ਇਹ ਸਭ ਤੋਂ ਜ਼ਿਆਦਾ ਇੱਕ ਸਵਾਲ ਜਿਹੜਾ ਹੈ ਅੱਜ ਸਾਡੇ ਸਾਹਮਣੇ ਹੈ ਕਿ ਅਸੀਂ ਕੇਵਲ ਗੁਰੂ ਘਰਾਂ ਦੇ ਅੰਦਰ ਜੋ ਅਸੀਂ ਕਰਮ ਕਰਦੇ ਹਾਂ ਕੇਵਲ ਉਹਨੂੰ ਹੀ ਸੇਵਾ ਕਿਹਾ ਗਿਆ ਜਾਂ ਸੇਵਾ ਦਾ ਖੇਤਰ ਹੋਰ ਵਿਸ਼ਾਲ ਹੈ ਜੀ। ਇਸ ਰੂਪ ਦੇ ਅੰਦਰ ਅਸੀਂ ਸੇਵਾ ਨੂੰ ਲੈਣਾ ਹੈ। ਪੁਰਾਤਨ ਸਮੇਂ ਦੇ ਅੰਦਰ ਜਿੰਨੇ ਵੀ ਜਿਨ੍ਹਾਂ ਨੂੰ ਨੀਚ ਕਰਮ ਕਿਹਾ ਜਾਂਦਾ ਸੀ, ਜਿਵੇਂ ਅਖੌਤੀ ਜਾਤੀਵਾਦ ਦੇ ਕਰਕੇ ਝਾੜੂ ਮਾਰਨਾ ਨੀਚ ਕਰਮ ਮੰਨਿਆ ਜਾਂਦਾ ਸੀਗਾ ਜੀ, ਜਾਂ ਕਿਸੇ ਦੀ ਝੂਠ ਮਾਂਜਣਾ ਉਹਨੂੰ ਨੀਚ ਮੰਨਿਆ ਜਾਂਦਾ ਸੀ ਜੀ। ਇਹ ਸਾਰੇ ਕਰਮਾਂ ਨੂੰ ਗੁਰੂ ਪਾਤਸ਼ਾਹ ਜੀ ਨੇ ਸਾਨੂੰ ਇੱਕ ਪਲੇਟਫਾਰਮ ਤੇ ਲਿਆ ਕੇ ਦਿਖਾਇਆ ਵੀ ਤੁਹਾਡੇ ਜੀਵਨ ਵਿੱਚ ਬਰਾਬਰਤਾ ਕਿਵੇਂ ਆਏਗੀ। ਤੁਸੀਂ ਇਹ ਸਾਰੇ ਕਰਮ ਗੁਰੂ ਘਰ ਆ ਕੇ ਸਿੱਖਣੇ ਨੇ ਔਰ ਸੰਸਾਰ ਦੇ ਅੰਦਰ ਜਾ ਕੇ ਇਹਨਾਂ ਕੰਮਾਂ ਨੂੰ ਕਰਨਾ ਹੈ। ਰਾਈਟ। ਸੋ ਜਦੋਂ ਅਸੀਂ ਸੇਵਾ ਨੂੰ ਸਮਝਦੇ ਹਾਂ ਸਭ ਤੋਂ ਪਹਿਲਾਂ ਗੁਰੂ ਘਰ ਦੇ ਅੰਦਰ ਆ ਕੇ ਸਾਨੂੰ ਸੇਵਾ ਦਾ ਗਿਆਨ ਮਿਲਿਆ। ਰਾਈਟ। ਔਰ ਉਸ ਸੇਵਾ ਨੂੰ ਪ੍ਰੈਕਟੀਕਲੀ ਰੂਪ ਅਸੀਂ ਦੇਣਾ ਆਪਣੇ ਘਰ ਤੋਂ। ਠੀਕ। ਸਭ ਤੋਂ ਪਹਿਲਾਂ ਅਸੀਂ ਸੇਵਾ ਕਰਨੀ ਆਪਣੇ ਮਾਤਾ ਪਿਤਾ ਦੀ। ਅੱਜ ਮਾਤਾ ਪਿਤਾ ਨੂੰ ਸੇਵਾ ਦੀ ਸਭ ਤੋਂ ਵੱਧ ਲੋੜ ਹੈ। ਬਿਲਕੁਲ। ਦੇਖੋ, ਇੱਕ ਬਜ਼ੁਰਗੀ ਇੱਕ ਐਸੀ ਹਾਲਾਤ ਹੈ ਜਿਸ ਹਾਲਾਤ ਦੇ ਅੰਦਰ ਬੰਦੇ ਦੇ ਜਿਹੜੇ ਸੈੱਲ ਨੇ ਉਹ ਟੁੱਟਣੇ ਸ਼ੁਰੂ ਹੋ ਜਾਂਦੇ ਨੇ, ਮੁੜ ਕੇ ਉਹ ਸੈੱਲ ਜੁੜਦੇ ਨਹੀਂ, ਹੌਲੀ ਹੌਲੀ ਉਹ ਸੈੱਲ ਜਿਹੜੇ ਨੇ ਉਹ ਟੁੱਟਦੇ ਨੇ ਜੀ। ਬਜ਼ੁਰਗੀ ਇਹ ਹਾਲਾਤ ਹੈ ਜਿਵੇਂ ਗੁਰਬਾਣੀ ਸਾਨੂੰ ਸਮਝਾਉਂਦੀ ਹੈ। ਬਾਬਾ ਫਰੀਦ ਜੀ ਦਾ ਬਚਨ, ਫਰੀਦਾ ਇੰਨੀ ਨਿੱਕੀ ਜੰਗੀ ਹੈ ਥਲ ਡੂੰਗਰ ਪਵਿਓਮ, ਅੱਜ ਫਰੀਦਾ ਕੁਜੜਾ ਸਹਿ ਕੋ ਹਾਥੀਓਮ। ਇਹਨਾਂ ਲੱਤਾਂ ਦੇ ਨਾਲ ਕਦੇ ਤੁਰ ਕੇ ਮੈਂ ਪਹਾੜਾਂ ਨੂੰ, ਮਾਰੂਥਲਾਂ ਨੂੰ ਗਾਹ ਕੀਤਾ ਜੀ। ਅੱਜ ਇੱਕ 4 ਕਦਮਾਂ ਤੇ ਪਾਣੀ ਦਾ ਗਲਾਸ ਪਿਆ, ਉਹਨੂੰ ਚੁੱਕ ਕੇ ਨਹੀਂ ਮੈਂ ਪੀ ਸਕਦਾ। ਠੀਕ। ਸਭ ਤੋਂ ਜ਼ਿਆਦਾ ਲੋੜ ਹੈ ਇਸ ਵੇਲੇ ਬਜ਼ੁਰਗਾਂ ਨੂੰ ਸੇਵਾ ਦੀ। ਰਾਈਟ। ਲੇਕਿਨ ਅਜੋਕੇ ਸਮੇਂ ਅੰਦਰ ਅਸੀਂ ਗੁਰੂ ਘਰ ਸੇਵਾ ਕਰਦੇ ਹਾਂ, ਬਿਲਕੁਲ ਆਪਣੇ ਮਾਤਾ ਪਿਤਾ ਦੀ ਸੇਵਾ ਤੋਂ ਅਸੀਂ ਬਿਲਕੁਲ ਮੁਨਕਰ ਹੋ ਗਏ। ਰਾਈਟ। ਮਾਤਾ ਪਿਤਾ ਦੀ ਸੇਵਾ ਸਭ ਤੋਂ ਅਹਿਮ ਪਾਰਟ ਹੈ ਸੇਵਾ ਦਾ, ਜਿਹੜਾ ਸਾਡੇ ਘਰਾਂ ਤੋਂ ਸ਼ੁਰੂ ਹੁੰਦਾ ਹੈ। ਭਾਈ ਗੁਰਦਾਸ ਜੀ ਨੂੰ ਕਿਸੇ ਨੇ ਪੁੱਛਿਆ, ਉਹ ਕਹਿੰਦੇ ਵੀ ਤੁਸੀਂ ਧਰਮ ਗ੍ਰੰਥ ਪੜ੍ਹੇ, ਗੁਰਬਾਣੀ ਨੂੰ ਆਪਣੇ ਹੱਥਾਂ ਦੇ ਨਾਲ ਲਿਖਿਆ, ਗੁਰੂ ਸਾਹਿਬਾਨਾਂ ਦੇ ਸਾਥ ਨੂੰ ਮਾਣਿਆ ਔਰ ਗੁਰੂ ਸਾਹਿਬਾਨਾਂ ਨੇ ਸਾਥ ਨੂੰ ਮਾਣ ਕੇ ਇੰਨੀ ਤੁਸੀਂ ਸੇਵਾ ਕੀਤੀ, ਤੁਸੀਂ ਸੰਸਾਰ ਦੇ ਅੰਦਰ ਸਭ ਤੋਂ ਬੇਈਮਾਨ ਇਨਸਾਨ ਕਿਹਨੂੰ ਮੰਨਦੇ ਹੋ? ਤੇ ਭਾਈ ਗੁਰਦਾਸ ਜੀ ਕਹਿੰਦੇ ਕਿ ਜਿਹੜਾ ਆਪਣੇ ਮਾਤਾ ਪਿਤਾ ਦੀ ਸੇਵਾ ਨਹੀਂ ਕਰਦਾ, ਇਸ ਸੰਸਾਰ ਦੇ ਅੰਦਰ ਸਭ ਤੋਂ ਵੱਧ ਬੇਈਮਾਨ ਮਨੁੱਖ ਉਹ ਹੈ। ਮਾਪਿਓ ਪਰ ਹਰ ਕਰੈ ਦਾਨ, ਬੇਈਮਾਨ ਅਗਿਆਨ ਪ੍ਰਾਣੀ। ਔਰ ਲਗਭਗ ਇਨਸਾਨ ਜਿਹੜਾ ਹੈ ਇਹ ਆਪਣੇ ਮਾਤਾ ਪਿਤਾ ਦੀ ਸੇਵਾ ਤੋਂ ਮੁਨਕਰ ਹੋ ਗਿਆ, ਲੇਕਿਨ ਉਹਨਾਂ ਦੇ ਅਹਿਸਾਨਾਂ ਨੂੰ ਬਿਲਕੁਲ ਇਹਨੇ ਭੁਲਾ ਦਿੱਤਾ। ਭਾਈ ਗੁਰਦਾਸ ਦੇ ਹੀ ਇੱਕ ਵਾਰ ਹੈ ਜੀ, ਬੜਾ ਸੋਹਣਾ ਬਚਨ ਕਰਦੇ ਨੇ। ਉਹ ਕਹਿੰਦੇ ਨੇ ਕਿ ਮਾਤ ਪਿਤਾ ਮਿਲ ਨਿੰਮੇ ਆਸਾਵੰਤੀ ਉਦਰ ਮਝਾਰੇ, ਰਸ ਕਸ ਖਾਏ ਨਿਲਜ ਹੋਏ ਛੋ ਛੋ ਧਰਨ ਤਰੇ ਭਗਤਾਰੇ। ਪੇਟੇ ਵਿੱਚ 10 ਮਾਂ ਰੱਖ, ਪੀੜਾ ਖਾਏ ਜਣੇ ਪੁੱਤ ਪਿਆਰੇ। ਮਾਂ ਦਾ ਕਿੰਨਾ ਵੱਡਾ ਉਪਕਾਰ ਹੈ ਮਨੁੱਖ ਦੇ ਉੱਤੇ। ਰਾਈਟ। ਅੱਜ ਜੇ ਸੰਸਾਰ ਦਾ ਜਾਂ ਸਮਾਜ ਦਾ ਜੋ ਹਾਲ ਹੋਇਆ ਹੈ ਨਾ, ਅਸੀਂ ਮਾਵਾਂ ਵਿਸਾਰ ਦਿੱਤੀਆਂ। ਠੀਕ। ਅਸੀਂ ਮਾਵਾਂ ਨੂੰ ਵਿਸਾਰ ਦਿੱਤਾ, ਇਸ ਕਰਕੇ ਅੱਜ ਸੰਸਾਰ ਦਾ ਇਹ ਹਾਲ ਹੋ ਗਿਆ ਔਰ ਮਾਵਾਂ ਨੇ ਮਾਂ ਵਾਲਾ ਰੋਲ ਉਸ ਤੋਂ ਉਹ ਮੁਨਕਰ ਹੋ ਗਈ। ਇਹ ਕਾਰਨ ਹੈ ਕਿ ਦੁਖਾਂਤ ਜਿਹੜਾ ਹੈ ਉਹ ਵਾਪਰ ਰਿਹਾ ਹੈ। ਕਦੇ ਕਿਸੇ ਤਿਆਗ ਨੂੰ ਵੇਖਣਾ ਹੋਵੇ ਜਾਂ ਕਿਸੇ ਮਾਂ ਨੂੰ ਵੇਖੋ ਧਿਆਨ ਦੇ ਨਾਲ, ਮਾਂ ਬਣਨ ਤੋਂ ਬਾਅਦ ਉਹਦੇ ਜੀਵਨ ਦੇ ਅੰਦਰ ਐਸਾ ਇੱਕ ਬਦਲਾਵ ਆਉਂਦਾ ਹੈ ਕਿ ਬਿਲਕੁਲ ਨਿਸਵਾਰਥ ਹੋ ਕੇ ਉਹ ਕੰਮ ਕਰਦੀ ਹੈ। ਬਿਲਕੁਲ।
ਆਪਣੀ ਕੁਰਬਾਨੀ ਦਾ ਤਨ ਦੀ ਕੁਰਬਾਨੀ ਦਿੰਦੀ ਹੈ ਔਰ ਬਗੈਰ ਕਿਸੇ ਸਵਾਰਥ ਤੋਂ ਉਹ ਉਸ ਆਪਣੇ ਬੱਚੇ ਦੀ ਸੇਵਾ ਕਰਦੀ ਹੈ। ਹੁਣ ਤੁਸੀਂ ਜਦੋਂ ਉਸ ਮਾਂ ਨੂੰ ਵਿਚਰਦਿਆਂ ਦੇਖੋਗੇ ਨਾ, ਕਦੇ ਅਜੋਕੇ ਸਮੇਂ ਵਿੱਚ ਜਾਂ ਧਿਆਨ ਦੇ ਨਾਲ ਕਿਸੇ ਵੱਡੇ ਵਿਚਾਰਕ ਨੂੰ ਵੇਖੋ, ਕਿਸੇ ਮਹਾਨ ਇਨਸਾਨ ਨੂੰ ਵੇਖੋ, ਉਹ ਮਾਵਾਂ ਵਾਂਗ ਵਿਚਰਿਆ ਹੁੰਦਾ ਹੈ, ਉਹਦਾ ਜੀਵਨ ਮਾਂ ਵਰਗਾ ਹੁੰਦਾ ਹੈ। ਸੋ ਮਾਂ ਦੇ ਜਿਹੜੇ ਉਪਕਾਰ ਨੇ, ਜਿਵੇਂ ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਮਾਤ ਪਿਤਾ ਮਿਲਨੇ ਮੇਂ ਆਸਾਵੰਤੀ ਉਦਰ ਮਝਾਰੇ, ਜਿਸ ਬੱਚੇ ਦੇ ਵਾਸਤੇ ਕਦੇ ਅਰਦਾਸਾਂ ਕੀਤੀਆਂ ਸੀਗੀਆਂ, ਮਾਂ ਕੋੜਾ ਖਾਂਦੀ ਹੈ, ਮਾਂ ਐਸਾ ਭੋਜਨ ਖਾਂਦੀ ਹੈ ਜਿਹੜਾ ਉਹਦੇ ਗਰਭ ਦੇ ਅੰਦਰ ਬੱਚਾ ਹੈ ਉਹ ਪਲ ਰਿਹਾ ਹੈ, ਉਹਨੂੰ ਚੰਗਾ ਭੋਜਨ ਮਿਲੇ, ਉਹਨੂੰ ਚੰਗਾ ਖਾਣਾ ਮਿਲੇ ਤਾਂ ਕਿ ਉਹਦੀ ਸਿਹਤ ਚੰਗੀ ਹੋਵੇ, ਨਰੋਈ ਹੋਵੇ, ਹੌਲੀ ਹੌਲੀ ਕਦਮ ਜਿਹੜਾ ਹੈ ਆਪਣੇ ਪੁੱਟਦੀ ਹੈ ਤਾਂ ਕਿ ਬੱਚੇ ਨੂੰ ਕਿਤੇ ਗਰਭ ਦੇ ਅੰਦਰ ਉਹਨੂੰ ਨੁਕਸਾਨ ਤਕਲੀਫ ਨਾ ਹੋਏ। ਇਸ ਤੋਂ ਬਾਅਦ ਪੀੜਾ ਖਾਏ ਜਾਣਾ ਪੁੱਤ ਪਿਆਰੇ। ਫਿਰ ਜਿਸ ਵੇਲੇ ਬੱਚਾ ਇਸ ਸੰਸਾਰ ਦੇ ਅੰਦਰ ਆ ਜਾਂਦਾ ਹੈ, ਨਿੱਕੀ ਨਿੱਕੀ ਉਹਦੀ ਜ਼ਰੂਰਤਾਂ ਦਾ ਖਿਆਲ ਰੱਖਦੀ ਹੈ, ਨਿੱਕੀ ਨਿੱਕੀ ਜ਼ਰੂਰਤਾਂ ਦਾ, ਉੱਠਦੀ ਬਹਿੰਦੀ ਸੌਂਦੇ ਜਾਗਦੀ, ਮਾਂ ਆਪਣੇ ਬੱਚੇ ਨੂੰ ਕਿਸ ਰੂਪ ਦੇ ਅੰਦਰ ਪਾਲਦੀ ਹੈ। ਛਾਦਨ ਭੋਜਨ ਭੋਖਿਆ ਭੱਦਣ ਮੰਗਣ ਪੜਨ ਚਿਤਾਰੇ, ਕੱਪੜੇ ਦਾ ਖਿਆਲ ਰੱਖਦੀ ਹੈ, ਮੇਰੇ ਬੱਚੇ ਨੂੰ ਆਪ ਭਾਵੇਂ ਪੁਰਾਣਾ ਪਾ ਲਏਗੀ, ਆਪ ਪਾਟੇ ਪਾਉਂਦੀ ਹੈ, ਬੱਚੇ ਨੂੰ ਚੰਗਾ ਕੱਪੜਾ ਦਿੰਦੀ ਹੈ, ਆਪ ਘੱਟ ਖਾ ਲੈਂਦੀ ਹੈ, ਬੱਚੇ ਨੂੰ ਸੋਹਣੀ ਖੁਰਾਕ ਦਿੰਦੀ ਹੈ। ਫਿਰ ਇਸ ਤੋਂ ਬਾਅਦ ਜਿਸ ਵੇਲੇ ਬੱਚਾ ਪੜ੍ਹਨ ਜੋਗਾ ਹੋ ਜਾਂਦਾ, ਉਹਨੂੰ ਪਾਂਧੇ ਦੇ ਪਾਸ ਪੜ੍ਹਾ ਦਿੰਦੀ ਹੈ। ਪਾਂਧੇ ਪਾਸ ਪੜ੍ਹਾਇਆ, ਕਹਿੰਦੇ ਕਿ ਖੱਟ ਲੁਟਾਏ ਹੋਏ ਸੁਚਾਰੇ। ਮਾਤਾ ਪਿਤਾ ਵੇਖੋ ਕਿੰਨੇ ਮਹਾਨ ਨੇ ਕਿ ਜਿੰਨਾ ਪੈਸਾ ਸਾਰੀ ਉਮਰ ਕਮਾਇਆ ਹੁੰਦਾ ਹੈ ਬੱਚੇ ਦੀ ਪੜ੍ਹਾਈ ਦੇ ਉੱਤੇ ਲਾ ਦਿੰਦੇ ਨੇ, ਡਾਕਟਰ ਬਣਾਉਂਦੇ ਨੇ, ਇੰਜੀਨੀਅਰ ਬਣਾਉਂਦੇ ਨੇ, ਜਾਂ ਕੋਈ ਵੀ ਫੀਲਡ ਲੈ ਲਓ ਤੁਸੀਂ, ਕਿਸੇ ਵੀ ਫੀਲਡ ਦੇ ਅੰਦਰ। ਹੁਣ ਜਿੰਨਾ ਕਮਾਇਆ ਸੀ ਸਾਰਾ ਦਾ ਸਾਰਾ ਪੈਸਾ ਉਹ ਆਪਣੇ ਬੱਚੇ ਦੇ ਉੱਤੇ ਲਾ ਦਿੱਤਾ। ਹੁਣ ਭਾਈ ਗੁਰਦਾਸ ਜੀ ਕਹਿੰਦੇ ਨੇ ਉਹ ਰਿਣਿਤ ਹੋਏ ਭਾਰ ਉਤਾਰੇ। ਉਹ ਰਿਣਿਤ ਦਾ ਮਤਲਬ ਕਿ ਉਹ ਭਾਰ ਜਿਹੜਾ ਹੈ, ਉਹ ਰਿਣ ਜਿਹੜਾ ਹੈ ਉਹ ਲਾਇਆ ਨਹੀਂ ਜਾ ਸਕਦਾ, ਉਹਨੂੰ ਅਸੀਂ ਲਾ ਨਹੀਂ ਸਕਦੇ। ਐਸਾ ਇੱਕ ਸਮਾਜ ਦੇ ਅੰਦਰ ਮਾਤਾ ਪਿਤਾ ਦਾ ਸਾਡਾ ਰੋਲ ਬਣਿਆ ਹੈ। ਲੇਕਿਨ ਦੁਖਾਂਤ ਕਿੱਥੇ ਵਾਪਰਦਾ ਹੈ? ਜਦੋਂ ਅਸੀਂ ਸੇਵਾ ਨੂੰ ਭੁਲਾ ਦਿੰਦੇ ਹਾਂ ਕਿ ਜਿਸ ਵੇਲੇ ਜਿਸ ਮਾਤਾ ਪਿਤਾ ਨੇ ਸਾਨੂੰ ਪਾਲਿਆ ਪੋਸਿਆ ਵੱਡਾ ਕੀਤਾ, ਸਾਰਾ ਕੁਝ ਕੀਤਾ, ਜਿਸ ਵੇਲੇ ਇਹ ਵਿਆਹਿਆ ਜਾਂਦਾ ਹੈ, ਜਿਵੇਂ ਭਾਈ ਗੁਰਦਾਸ ਜੀ ਦੀ ਵਾਰ ਨੂੰ ਹੀ ਲੈ ਲੈਂਦੇ ਆ ਟੇਕ ਬਣਾ ਕੇ, ਉਹ ਕਹਿੰਦੇ ਨੇ ਕਿ ਮਾਤਾ ਪਿਤਾ ਆਨੰਦ ਵਿੱਚ ਪੁੱਤੈ ਦੀ ਕੁੜਮਾਈ ਹੋਈ, ਰਹਿਸੀ ਅੰਗ ਨਾ ਮਾਂ ਵੀ ਗਾਵੈ ਸੁਹੇਲੜੇ ਸੁਖ ਸੋਈ। ਭਾਈ ਗੁਰਦਾਸ ਜੀ ਕਹਿੰਦੇ ਨੇ ਮਾਤਾ ਪਿਤਾ ਦੋਵੇਂ ਆਨੰਦ ਵਿੱਚ ਨੇ, ਮੇਰੇ ਬੱਚਾ ਜਿਹੜਾ ਵਿਆਹੁਣ ਚੱਲਿਆ ਜੀ। ਉਹ ਸਾਰੇ ਪਿੰਡ ਨੂੰ ਦੱਸਦੇ ਨੇ, ਲੰਗਰ ਪ੍ਰਸ਼ਾਦਾ ਤਿਆਰ ਹੁੰਦਾ, ਬੜੇ ਖੁਸ਼ ਹੁੰਦੇ ਨੇ। ਮਾਂ ਜਿਹੜੀ ਹੈ ਉਹ ਘੋੜੀਆਂ ਗਾਉਂਦੀ ਹੈ, ਲਾਵਾਂ ਗਾਉਂਦੀ ਹੈ, ਵਿਗਸੀ ਪੁੱਤ ਵਿਆਹੀ ਹੈ, ਪੁੱਤ ਨੂੰ ਉਹਦਾ ਮੇਲ ਹਲੋਈ। ਕਹਿੰਦੇ ਖੁਸ਼ ਹੁੰਦੀ ਹੈ ਮੇਰਾ ਪੁੱਤ ਜਿਹੜਾ ਹੈ ਨੂੰਹ ਰਾਣੀ ਨੂੰ ਲੈ ਕੇ ਆ ਰਿਹਾ। ਨੂੰਹ ਰਾਣੀ ਘਰ ਆ ਗਈ, ਹੁਣ ਇਹਨੇ ਸੇਵਾ ਕਰਨੀ ਸੀ ਆਪਣੇ ਮਾਤਾ ਪਿਤਾ ਦੀ। ਲੇਕਿਨ ਹੋਇਆ ਕਿ ਜਿਸ ਦਿਨ ਇਹਦਾ ਵਿਆਹ ਹੋ ਗਿਆ, ਨੂੰਹ ਰਾਣੀ ਘਰ ਆ ਗਈ। ਹੁਣ ਭਾਈ ਗੁਰਦਾਸ ਜੀ ਇੱਕ ਬੜਾ ਦੁਖਾਂਤ ਜਿਹੜਾ ਹੈ ਉਹ ਬਿਆਨ ਕਰਦੇ ਨੇ ਕਿ ਨੋ ਨਿਤ ਕੰਤ ਸੁਮੰਤ ਦੇ ਵੇਰੇ ਹੋਵੋ ਸੱਸ ਵਿਗੋਈ। ਉਹ ਕਹਿੰਦੇ ਵੀ ਹੁਣ ਨੂੰਹ ਰਾਣੀ, ਸਾਰੀਆਂ ਨੂੰਹਾਂ ਦੀ ਨਹੀਂ ਮੈਂ ਬਾਤ ਕਰ ਰਿਹਾ, ਔਰ ਨਾ ਭਾਈ ਗੁਰਦਾਸ ਜੀ ਕਰ ਰਹੇ, ਚੰਗੀਆਂ ਵੀ ਨੇ, ਲੇਕਿਨ ਬਹੁਤਾਇਤ ਰੂਪ ਵਿੱਚ ਉਹ ਕਹਿੰਦੇ ਨੇ ਕਿ ਨੂੰਹ ਜਿਹੜੀ ਹੈ ਆਪਣੇ ਉਸ ਕੰਤ ਨੂੰ, ਪਤੀ ਨੂੰ ਕਹਿੰਦੇ ਵੀ ਹੁਣ ਤੁਸੀਂ ਵੱਖਰੇ ਹੋਵੋ, ਔਰ ਵੱਖਰੇ ਹੋ ਕੇ ਅਸੀਂ ਆਪਣਾ ਇੱਕ ਵੱਖਰਾ ਘਰ ਬਣਾਉਂਦੇ ਹਾਂ। ਇਹਨਾਂ ਮਾਤਾ ਪਿਤਾ ਦੀ ਸੇਵਾ ਸਾਡੇ ਕੋਲੋਂ ਨਹੀਂ ਹੋ ਸਕਦੀ, ਮੁਨ ਕਰੋਗੇ ਸੇਵਾ ਤੋਂ। ਹੁਣ ਪੁੱਤ ਕੀ ਕਰਦਾ ਹੈ? ਪੁੱਤ ਹੋਇਆ ਚੱਕੀ ਉੱਠ ਝੋਈ। ਕਹਿੰਦੇ ਪੁੱਤ ਜਿਹੜਾ ਹੈ ਉਹ ਕਪੁੱਤਰ ਹੋ ਜਾਂਦਾ ਹੈ, ਲੱਖ ਉਪਕਾਰ ਵਿਸਾਰਕ ਹੈ। ਪੁੱਤ ਕਪੁੱਤ ਚੱਕੀ ਉੱਠ ਝੋਈ, ਲੱਖਾਂ ਮਾਤਾ ਪਿਤਾ ਦੇ ਉਪਕਾਰ ਵਿਸਾਰ ਦਿੰਦਾ ਹੈ। ਪੁੱਤਰ ਜਿਹੜਾ ਹੈ ਕਪੁੱਤਰ ਬਣ ਕੇ ਵੱਖਰਾ ਹੋ ਜਾਂਦਾ ਹੈ। ਬਚਪਨ ਵਿੱਚ ਦੋ ਭਰਾ ਹੁੰਦੇ ਸਨ ਜਿਹੜੇ ਇਹ ਕਹਿੰਦੇ ਸਨ ਕਿ ਮਾਂ ਮੇਰੀ ਹੈ, ਮਾਂ ਮੇਰੀ ਹੈ। ਹੁਣ ਵੱਡੇ ਹੋ ਗਏ, ਹੁਣ ਜਦੋਂ ਜ਼ਿੰਮੇਵਾਰੀ ਆ ਗਈ, ਹੁਣ ਕਹਿੰਦੇ ਨੇ ਮਾਂ ਤੇਰੀ ਹੈ, ਮਾਂ ਤੇਰੀ ਹੈ। ਔਰ ਦੇਖੋ ਇੱਕ ਦੁਖਾਂਤ ਵਾਪਰਿਆ ਸਾਡੇ ਸਮਾਜ ਵਿੱਚ। ਸੇਵਾ ਦਾ ਅੱਜ ਅਸੀਂ ਟੌਪਿਕ ਜਿਹੜਾ ਲਿਆ ਜੀ। ਪਟਿਆਲੇ ਦੇ ਅੰਦਰ ਇੱਕ ਵਰਿਧ ਆਸ਼ਰਮ ਦੇ ਵਿੱਚ ਦੋ ਬਜ਼ੁਰਗ ਪਤੀ ਪਤਨੀ ਜੀ, ਇਹ ਕਹਿੰਦੇ ਕਿ ਅਸੀਂ ਆਪਣੇ ਬੱਚੇ ਨੂੰ ਛੋਟਾ ਜਿਹਾ ਜਿਸ ਵੇਲੇ ਹੋਇਆ, ਜਿਸ ਰੂਪ ਦੇ ਅੰਦਰ ਅਸੀਂ ਹੁਣ ਜਾਣਿਆ ਮਾਂ ਆਪਣੇ ਬੱਚੇ ਵਾਸਤੇ ਕੀ ਕੁਝ ਕਰਦੀ ਹੈ ਜੀ, ਉਹ ਆਪਣੇ ਬੱਚੇ ਨੂੰ ਪਿਤਾ ਮੋਢੇ ਤੇ ਬਿਠਾ ਕੇ ਉਹਨੇ ਸਕੂਲ ਛੱਡ ਕੇ ਆਉਣਾ, ਮੋਢੇ ਤੇ ਬਿਠਾ ਕੇ ਫਿਰ ਉਹਨੇ ਵਾਪਸ ਲੈ ਕੇ ਆਉਣਾ। ਰੋਜ਼ ਦਾ ਨਿੱਤ ਦਾ ਕਰਮ, ਸਕੂਲ ਛੱਡਣਾ, ਵਾਪਸ ਲੈ ਕੇ ਆਉਣਾ। ਤੇ ਕੀ ਹੋਇਆ ਕਿ ਉਸ ਬਜ਼ੁਰਗ ਦੇ ਕਮਰ ਦੇ ਅੰਦਰ ਥੋੜੀ ਥੋੜੀ ਦਰਦ ਹੋਣੀ ਸ਼ੁਰੂ ਹੋ ਗਈ। ਘਰ ਆਉਂਦਾ ਤੇ ਆਪਣੀ ਪਤਨੀ ਨੂੰ ਕਹਿੰਦਾ ਵੀ ਮੇਰੇ ਨਾ ਕਮਰ ਨੂੰ ਥੋੜੀ ਜਿਹੀ ਮਾਲਿਸ਼ ਕਰ ਦੇ। ਪਤਨੀ ਨੇ ਹੌਲੀ ਹੌਲੀ ਮਾਲਿਸ਼ ਕਰਿਆ ਕਰਨੀ, ਨਾਲ ਇੱਕ ਗੱਲ ਕਹਿਣੀ
ਕਿ ਜਦੋਂ ਇਹ ਵੱਡਾ ਹੋ ਜਾਵੇਗਾ, ਜਿਹਨੂੰ ਸਕੂਲ ਲੈ ਕੇ ਜਾਂਦੇ ਹੋ, ਧਿਆਨ ਰੱਖੇਗਾ ਤੇ ਇਹਦੇ ਕੋਲੋਂ ਘਟਾਇਆ ਕਰਿਓ, ਇਹਦੇ ਕੋਲੋਂ ਹੀ ਘਟਾਇਆ ਕਰਿਓ। ਉਹ ਕਹਿੰਦੇ ਜਦੋਂ ਵੱਡਾ ਹੋ ਗਿਆ, ਵਿਆਹਿਆ ਗਿਆ, ਜਿਸ ਵੇਲੇ ਸਾਨੂੰ ਇਹਦੀ ਸਖਤ ਲੋੜ ਸੀ, ਮੇਰੀ ਕਮਰ ਹੋਰ ਜਿਹੜੀ ਹੈ ਸਮਾਜ ਦੇ ਭਾਰ ਨਾਲ, ਜ਼ਿੰਮੇਵਾਰੀਆਂ ਦੇ ਬੋਝ ਕਰਕੇ ਹੋਰ ਟੇਢੀ ਹੋ ਗਈ, ਹੁਣ ਸਿੱਧਾ ਹੋ ਕੇ ਤੁਰਿਆ ਵੀ ਨਹੀਂ ਜਾ ਰਿਹਾ। ਇਸ ਹਾਲਾਤ ਦੇ ਅੰਦਰ ਜਦੋਂ ਮੈਨੂੰ ਇਹਦੇ ਮੋਢੇ ਦੀ ਲੋੜ ਸੀ, ਉਦੋਂ ਇਹਨੇ ਮੈਨੂੰ ਉਸੇ ਹੀ ਮੋਢੇ ਤੇ ਧੱਕਾ ਮਾਰ ਕੇ ਬਾਹਰ ਕੱਢ ਦਿੱਤਾ ਤੇ ਨਾਲ ਇਹ ਗੱਲ ਆਖੀ ਕਿ ਪਿਤਾ, ਤੇਰੀ ਇਸ ਘਰ ਦੇ ਅੰਦਰ ਹੁਣ ਕੋਈ ਥਾਂ ਨਹੀਂ ਹੈ। ਬਿਲਕੁਲ ਦੀਪਿੰਦਰ ਸਿੰਘ ਜੀ, ਅੱਜ ਇਹੀ ਸਮਾਜ ਦੇ ਵਿੱਚ ਜੋ ਅਸੀਂ ਦੇਖ ਰਹੇ ਹਾਂ ਕਿ ਗੁਰਦੁਆਰੇ ਵਿੱਚ ਜਾ ਕੇ, ਮੰਦਰਾਂ ਜਾ ਕੇ ਤਾਂ ਅਸੀਂ ਸੇਵਾ ਕਰਦੇ ਹਾਂ, ਉੱਥੇ ਝਾੜੂ ਵੀ ਫੇਰ ਦਾਂਗੇ, ਪਰ ਜਿਹੜੀ ਤੁਸੀਂ ਇਹ ਗੱਲ ਕੀਤੀ ਕਿ ਮਾਂ ਪਿਓ ਅੱਜ ਬਿਰਧ ਆਸ਼ਰਮ ਜਿਹੜੇ ਨੇ ਉਹ ਵੱਧਦੇ ਜਾ ਰਹੇ ਨੇ। ਇਹ ਵੈਸਟਰਨ ਕਲਚਰ ਦੇ ਵਿੱਚ ਪਹਿਲਾਂ ਇਹ ਸਮਾਜ ਹੋਇਆ ਕਰਦਾ ਸੀ ਕਿ ਬਜ਼ੁਰਗ ਜਿਹੜੇ ਸਨ, ਬਜ਼ੁਰਗ ਹੋ ਕੇ ਆਪਣਾ ਅਲੱਗ ਰਹਿੰਦੇ ਸੀ, ਪਰ ਅੱਜ ਪੰਜਾਬ ਵਿੱਚ ਵੀ, ਹਿੰਦੁਸਤਾਨ ਵਿੱਚ ਵੀ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਕਾਫੀ ਪ੍ਰਚਲਿਤ ਹੋ ਰਹੀਆਂ, ਜਿਹੜਾ ਕਿ ਇੱਕ ਚਿੰਤਾ ਦਾ ਵਿਸ਼ਾ ਹਨ। ਕਿਸ ਤਰੀਕੇ ਨਾਲ ਆਪਣੀ ਸੋਚ ਵਿੱਚ ਅਸੀਂ ਉਹ ਜਿਹੜੇ ਸਾਡੇ ਗ੍ਰੰਥਾਂ ਦੇ ਵਿੱਚ ਸਾਨੂੰ ਉਪਦੇਸ਼ ਮਿਲਦਾ ਹੈ, ਉਹਨੂੰ ਅਸੀਂ ਬਿਠਾ ਸਕੀਏ, ਉਹਨਾਂ 'ਤੇ ਤੁਰ ਸਕੀਏ, ਤੇ ਇਹ ਜੋ ਪੁਰਾਣੀਆਂ ਚੀਜ਼ਾਂ ਦਾ ਜ਼ਿਕਰ ਅਸੀਂ ਜਦੋਂ ਕਰਦੇ ਹੈਗੇ ਹਾਂ ਤਾਂ ਉਹ ਸਿਰਫ ਇੱਕ ਲਿਪ ਸਰਵਿਸ ਤੱਕ ਹੀ ਸੀਮਤ ਨਾ ਰਹੇ, ਸਿਰਫ ਕਹਿਣ ਤੱਕ ਹੀ ਸੀਮਤ ਨਾ ਰਹੇ। ਕਿਵੇਂ ਪਰਪੱਕ ਹੋਣਾ ਹੈ, ਇਸ ਬਾਰੇ ਗੱਲ ਕਰਨੇ ਇਸ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਕੀ ਤੁਸੀਂ ਕਰਜ਼ੇ ਦੇ ਬੋਝ ਹੇਠ ਦੱਬੇ ਹੋ? ਸਮਝ ਨਹੀਂ ਆਉਂਦਾ ਕੀ ਕਰੋ? ਫਾਈਨੈਂਸ਼ੀਅਲ ਪ੍ਰੋਬਲਮਸ ਤੁਹਾਡੀ ਫੈਮਿਲੀ ਲਾਈਫ ਦੇ ਉੱਤੇ ਮਾੜਾ ਅਸਰ ਪਾ ਸਕਦੀਆਂ ਹਨ। ਜੇ ਤੁਸੀਂ ਇਸ ਮੁਸ਼ਕਲ 'ਚ ਹੋ ਤਾਂ ਅਸੀਂ ਤੁਹਾਡੀ ਮਦਦ ਕਰ ਸਕਦੇ ਹਾਂ। ਅਸੀਂ ਤੁਹਾਡੇ ਕਰਜ਼ੇ ਨੂੰ ਵੱਧ ਤੋਂ ਵੱਧ ਘਟਾ ਕੇ ਰਹਿੰਦੀ ਰਕਮ ਨੂੰ ਇੰਟਰਸਟ ਫ੍ਰੀ ਕਿਸ਼ਤਾਂ 'ਚ ਬਦਲ ਸਕਦੇ ਹਾਂ। ਅਸੀਂ ਤੁਹਾਨੂੰ ਕਰਜ਼ੇ ਤੋਂ ਮੁਕਤ ਕਰਾ ਕੇ ਨਵੀਂ ਜ਼ਿੰਦਗੀ ਜੀਣ ਵਿੱਚ ਤੁਹਾਡੀ ਮਦਦ ਕਰ ਸਕਦੇ ਹਾਂ। 1866-790-8984 ਬਿਜ਼ਨਸ ਸੋਲੂਸ਼ਨਜ਼, ਤੁਹਾਡੀ ਪਰੇਸ਼ਾਨੀ ਵਿੱਚ ਤੁਹਾਡਾ ਸਾਥੀ। ਸੋ ਸਵਾਗਤ ਕਰਦੇ ਹਾਂ ਜੀ ਇੱਕ ਵਾਰ ਫਿਰ ਆਪ ਸਭ ਦਾ ਅੱਜ ਦੇ ਇਸ ਰਿਲੀਜੀਅਸ ਸੈਗਮੈਂਟ ਵਿੱਚ। ਭਾਈ ਦੀਪਿੰਦਰ ਸਿੰਘ ਜੀ ਮੇਰੇ ਨਾਲ ਸਾਥ ਦੇ ਰਹੇ ਨੇ ਤੇ ਅੱਜ ਅਸੀਂ ਗੱਲਬਾਤ ਕਰ ਰਹੇ ਹਾਂ ਸੇਵਾ ਦੀ ਜੋ ਇੰਪੋਰਟੈਂਸ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸਾਨੂੰ ਪਤਾ ਹੈ ਕਿ ਸੇਵਾ ਦੀ ਬੜੀ ਮਹੱਤਤਾ ਹੈ, ਇਸ ਦਾ ਫਲ ਵੀ ਮਿਲਦਾ ਹੈ ਅਤੇ ਜ਼ਿਆਦਾਤਰ ਤਾਂ ਅਸੀਂ ਸੇਵਾ ਇਸ ਕਰਕੇ ਕਰਨੇ ਕਿ ਅਸੀਂ ਫਲ ਲੈਣਾ ਹੈ। ਪਰ ਕੀ ਅਸੀਂ ਸਮਝ ਸਕਦੇ ਹਾਂ ਕਿ ਸੇਵਾ ਦਾ ਅਸਲ 'ਚ ਕਨਸੈਪਟ ਕੀ ਹੈ? ਜਿਸ ਤਰ੍ਹਾਂ ਭਾਈ ਸਾਹਿਬ ਗੱਲਬਾਤ ਕਰ ਰਹੇ ਸੀ ਕਿ ਇੱਕ ਮਾਂ ਜੋ ਹੈ ਆਪਣਾ ਪੂਰਾ ਜੀਵਨ ਜੋ ਹੈ ਉਹ ਲਾ ਦਿੰਦੀ ਹੈ ਆਪਣੇ ਬੱਚੇ ਵਾਸਤੇ, ਲੇਕਿਨ ਜਦੋਂ ਬੱਚਿਆਂ ਦਾ ਸਮਾਂ ਆਉਂਦਾ, ਫਰਜ਼ ਬਣਦਾ ਉਹਨਾਂ ਦਾ ਮਾਂ ਦੀ, ਪਿਓ ਦੇ ਦੇਖਭਾਲ ਦਾ, ਉਸ ਸਮੇਂ ਅਸੀਂ ਬਿਜ਼ੀ ਹੋ ਜਾਂਦੇ ਹਾਂ। ਤੇ ਖਾਸ ਤੌਰ ਤੇ ਅੱਜ ਦੇ ਸਮਾਜ ਦੇ ਵਿੱਚ ਤਾਂ ਜੋ ਕੁਝ ਸਾਡੇ ਸਾਹਮਣੇ ਹੋ ਰਿਹਾ ਹੈ ਸਾਨੂੰ ਪਤਾ ਹੀ ਹੈ। ਆਓ ਹੋਰ ਜਾਣਕਾਰੀ ਲੈਣੇ ਭਾਈ ਦੀਪਿੰਦਰ ਸਿੰਘ ਜੀ ਤੋਂ ਕਿ ਕਿਸ ਤਰੀਕੇ ਨਾਲ ਅਸੀਂ ਸੇਵਾ ਦਾ ਇਹ ਮਹੱਤਤਾ ਜੋ ਹੈ ਇਸ ਨੂੰ ਸਮਝ ਕੇ ਆਪਣੇ ਜੀਵਨ ਵਿੱਚ ਲਾਗੂ ਕਰਨਾ। ਜੀ ਭਾਈ ਸਾਹਿਬ। ਜੀ, ਜਿਵੇਂ ਅਸੀਂ ਗੱਲ ਕਰ ਰਹੇ ਸੀ ਕਿ ਮਾਤਾ ਪਿਤਾ ਦੀ ਸੇਵਾ, ਗੁਰਦੁਆਰੇ ਅਸੀਂ ਲੰਗਰ ਪ੍ਰਸ਼ਾਦਾ ਵਰਤਾਉਂਦੇ ਹਾਂ, ਅਸੀਂ ਛਬੀਲਾ ਲਾਉਂਦੇ ਹਾਂ ਜੀ, ਲੇਕਿਨ ਉਸ ਮਾਤਾ ਪਿਤਾ ਨੂੰ ਉਸ ਛਬੀਲ ਦੇ ਨਾਲ ਜਾਂ ਉਸ ਲੰਗਰ ਵਰਤਾਏ ਨਾਲ ਕੋਈ ਲਾਭ ਨਹੀਂ ਜਿਹਨੂੰ ਕਰ ਰਿਹਾ ਕਿ ਅਸੀਂ ਪਾਣੀ ਦਾ ਗਲਾਸ ਨਹੀਂ ਪੁੱਛਦੇ। ਜਿਵੇਂ ਮੈਂ ਹੁਣੇ ਬੇਨਤੀ ਕਰ ਰਿਹਾ ਸੀਗਾ ਕਿ ਇੱਕ ਮਾਤਾ ਪਿਤਾ ਜਿਹੜੇ ਕਿ ਆਪਣੇ ਬੱਚੇ ਨੂੰ ਮੋਢੇ ਤੇ ਬਿਠਾ ਕੇ ਲੈ ਕੇ ਜਾਂਦੇ ਆ, ਫਿਰ ਛੱਡ ਕੇ ਆਉਂਦੇ ਆ, ਉਸ ਬੱਚਾ ਮੋਢੇ ਤੇ ਧੱਕਾ ਮਾਰ ਕੇ ਕਹਿੰਦਾ ਤੇ ਤੁਹਾਡੀ ਥਾਂ ਨਹੀਂ, ਔਰ ਉਸ ਮਾਂ ਨੂੰ ਕਿ ਜਿਹੜੀ ਆਪਣੇ ਰੋਟੀ ਵਿੱਚੋਂ ਚੋਰੀ ਆਪਣੇ ਬੱਚੇ ਨੂੰ ਦਿੰਦੀ ਸੀਗੀ ਜੀ, ਔਰ ਉਹ ਰੋਟੀ ਆਪਣੇ ਬੱਚੇ ਨੂੰ ਚੋਰੀ ਖਵਾਉਂਦੀ ਸੀਗੀ, ਐਡਾ ਵੱਡਾ ਕੀਤਾ। ਫਿਰ ਜਦੋਂ ਬੱਚਾ ਵੱਡਾ ਹੋ ਗਿਆ, ਬੱਚਾ ਆਪਣੀ ਮਾਂ ਨੂੰ ਕਹਿੰਦਾ ਹੈ ਕਿ ਮਾਂ ਤੂੰ ਆਪਣੀ ਰੋਟੀ ਦਾ ਇੰਤਜ਼ਾਮ ਕਿਤੇ ਹੋਰ ਕਰ ਲੈ, ਤੇਰੀ ਰੋਟੀ ਦਾ ਇੰਤਜ਼ਾਮ ਅਸੀਂ ਨਹੀਂ ਕਰ ਸਕਦੇ। ਦੋ ਭਰਾ ਨੇ, ਉਹ ਦੋਵੇਂ ਜਿਹੜੇ ਕਹਿੰਦੇ ਸਨ ਮਾਂ ਮੇਰੀ ਹੈ, ਮਾਂ ਮੇਰੀ ਹੈ, ਵੱਡੇ ਹੋ ਗਏ। ਹੁਣ ਉਹਨਾਂ ਨੇ 15 ਦਿਨ ਵੰਡੇ ਹੋਏ ਨੇ, 15 ਦਿਨ ਵੰਡੇ ਨੇ। 15 ਦਿਨ ਮਾਂ ਇੱਕ ਕੋਲ ਰਹਿੰਦੀ ਹੈ, 15 ਦਿਨ ਦੂਜੇ ਕੋਲ ਰਹਿੰਦੀ ਹੈ। ਲੇਕਿਨ ਜਦੋਂ 31ਵਾਂ ਮਹੀਨਾ ਹੁੰਦਾ, 31 ਦਿਨ ਦਾ ਇੱਕ ਦਿਨ ਉਹ ਕਹਿੰਦੀ ਹੈ ਮੇਰਾ ਵਰਤ ਹੈ, ਕਿਉਂਕਿ ਅੱਜ ਦੋਵੇਂ ਘਰਾਂ ਦੇ ਵਿੱਚ ਉਹਨੂੰ ਰੋਟੀ ਨਹੀਂ ਮਿਲਦੀ। ਸੋ ਇਹ ਦੁਖਾਂਤ ਵਾਪਰ ਰਿਹਾ ਸਾਡੇ ਸਮਾਜ ਦੇ ਅੰਦਰ। ਔਰ ਅਸੀਂ ਆਮ ਤੌਰ ਤੇ ਦੇਖਦੇ ਹਾਂ ਕਿ ਸਾਡੇ ਮਰਨ ਤੋਂ ਬਾਅਦ ਜਿਹੜੇ ਕਿ ਬਜ਼ੁਰਗ ਚਲੇ ਜਾਂਦੇ ਨੇ ਜੀ, ਕੂਚ ਕਰ ਜਾਂਦੇ ਨੇ, ਉਸ ਤੋਂ ਬਾਅਦ ਅਸੀਂ ਕੀ ਕਰਦੇ ਹਾਂ, ਸ਼ਰਾਧ ਮਨਾਉਂਦੇ ਹਾਂ, ਮਰਿਆਂ ਦੇ ਮੂੰਹ ਵਿੱਚ ਘਿਓ ਪਾਉਂਦੇ ਹਾਂ। ਪਾਤਸ਼ਾਹ ਜੀ ਕਹਿੰਦੇ ਨੇ ਜਿਉਂਦਿਆਂ ਦੇ ਪਾਓ, ਜੀਵਤ ਪਿਤਰ ਨਾ ਮਾਨੈ ਕੋ ਮੂਏ ਸਿਰਾਧ ਕਿਰਾਹੀ, ਪਿਤਰ ਵੀ ਵਪਰੇ ਕੋ ਕਿਉ ਪਾਵੈ ਕਊਆ ਕੂਕਰ ਖਾਹੀ। ਕਿ ਜਿਉਂਦਿਆਂ ਦੀ ਦੇਖਭਾਲ ਕਰੋ। ਬਜ਼ੁਰਗਾਂ ਨੂੰ ਬਹੁਤ ਲੋੜ ਹੈ। ਚੱਬਣ, ਬਾਣੀ ਦੇ ਅੰਦਰ ਬਚਨ ਆਉਂਦਾ, ਚੱਬਣ ਚਲਣ ਰਤਨ ਸੇ ਸੁਣੀਏ ਰਹਿ ਗਏ, ਹੇੜਾ ਮੁੱਤੀ ਧਾ ਕੇ ਜਾਨੀ ਚਲ ਗਈ। ਅੱਖਾਂ ਚਲੀਆਂ ਜਾਂਦੀਆਂ ਨੇ। ਇੱਕ ਮਾਂ ਨੇ ਆਪਣੇ ਬੱਚੇ ਨੂੰ ਚਿੱਠੀ ਲਿਖੀ ਔਰ ਉਹਨੇ ਆਪਣਾ ਦੁਖਾਂਤ ਪੇਸ਼ ਕੀਤਾ। ਉਹ ਮਾਂ ਕਹਿੰਦੀ ਮੈਂ ਬਜ਼ੁਰਗ ਹੋ ਗਈ ਹਾਂ ਬੱਚਿਆ, ਤੂੰ ਮੇਰੇ ਉੱਤੇ ਗੁੱਸਾ ਨਾ ਕਰੀ। ਹੁਣ ਮੇਰੇ ਤੋਂ ਅੱਖਾਂ ਤੋਂ ਮੈਨੂੰ ਦਿਸਦਾ ਨਹੀਂ, ਇਸ ਕਰਕੇ ਠੋਕਰ ਲੱਗ ਕੇ ਜੇ ਮੇਰੇ ਕੋਲ ਕੋਈ ਚੀਜ਼ ਟੁੱਟ ਜਾਵੇ, ਤੂੰ ਮੈਨੂੰ ਡਾਂਟੀ ਨਾ, ਮੈਨੂੰ ਗੁੱਸਾ ਨਾ ਕਰੀ, ਮੈਨੂੰ ਅੰਨੀ ਨਾ ਆਖੀ।
ਹੁਣ ਮੇਰੇ ਕੰਨ ਜਿਹੜੇ ਨੇ ਉਹ ਸੁਣਨ ਤੋਂ ਰਹਿ ਗਏ ਨੇ। ਤੂੰ ਮੈਨੂੰ ਕਈ ਵਾਰੀ ਆਵਾਜ਼ ਲਗਾਉਂਦਾ ਹੈ, ਮੇਰੇ ਕੋਲੋਂ ਤੇਰੀ ਆਵਾਜ਼ ਦਾ ਜਿਹੜਾ ਹੈ ਜਵਾਬ ਨਹੀਂ ਦਿੱਤਾ ਜਾਂਦਾ। ਮੈਨੂੰ ਤੂੰ ਡੈਫ ਨਾ ਆਖੀ, ਮੈਨੂੰ ਬੋਲੀ ਨਾ ਆਖੀ। ਬੱਚਿਆ ਯਾਦ ਕਰੀ ਬਚਪਨ ਦੇ ਅੰਦਰ ਜਦੋਂ ਤੂੰ ਤੁਰਦਾ ਸੀਗਾ, ਮੈਂ ਤੈਨੂੰ ਤੁਰਨਾ ਸਿਖਾਇਆ, ਤੂੰ ਵੀ ਕਈ ਚੀਜ਼ਾਂ ਤੋੜ ਦਿੰਦਾ ਸੀਗਾ, ਮੈਂ ਤੈਨੂੰ ਕਦੇ ਗਿਲਾ ਨਹੀਂ ਕੀਤਾ। ਅੱਜ ਤੂੰ ਉਸ ਹਾਲਾਤ ਦੇ ਅੰਦਰ ਮੈਨੂੰ ਬੋਲੀ ਨਾ ਆਖੀ, ਮੈਨੂੰ ਸੁਣਦਾ ਨਹੀਂ। ਵਾਰ-ਵਾਰ ਤੂੰ ਵੀ ਮੈਨੂੰ ਕਹਿੰਦਾ ਹੁੰਦਾ ਸੀਗਾ ਤੇ ਕਈ ਵਾਰੀ ਤੂੰ ਸੁਣਦਾ ਨਹੀਂ ਸੀ, ਲੇਕਿਨ ਮੈਂ ਕਦੇ ਗੁੱਸਾ ਨਹੀਂ ਕੀਤਾ, ਇਸ ਕਰਕੇ ਤੂੰ ਗੁੱਸਾ ਨਾ ਕਰੀ ਮੇਰੇ ਨਾਲ ਜੀ। ਔਰ ਬੱਚਿਆ ਮੈਂ ਤੇਰੇ ਨਾਲ ਇੱਕ ਹੋਰ ਗੱਲ ਸਾਂਝੀ ਕਰਨਾ ਚਾਹੁੰਦੀ ਹਾਂ, ਤੂੰ ਮੈਨੂੰ ਮਾਫ ਕਰੀ, ਮੇਰਾ ਕਸੂਰ ਨਹੀਂ ਹੈ ਕਿ ਮੈਂ ਬੁੱਢੀ ਹੋ ਗਈ ਹਾਂ। ਹੁਣ ਮੇਰੀ ਹਾਲਾਤ ਇਹ ਹੋ ਗਈ ਹੈ ਕਿ ਮੇਰੇ ਬਾਡੀ ਦੇ ਅੰਦਰੋਂ ਥੋੜੀ ਸਮੈਲ ਆਉਣੀ ਸ਼ੁਰੂ ਹੋ ਗਈ ਹੈ, ਠੰਡ ਬੜੀ ਹੁੰਦੀ ਹੈ, ਮੇਰੇ ਕੋਲ ਨਹਾਇਆ ਨਹੀਂ ਜਾਂਦਾ। ਬੱਚਿਆ ਤੂੰ ਮੈਨੂੰ ਫੋਰਸ ਨਾ ਕਰੀ ਕਿ ਮੈਂ ਜਾ ਕੇ ਆਪਣੇ ਆਪ ਨੂੰ ਨਹਾ ਸਕਾਂ, ਕਿਉਂਕਿ ਹੁਣ ਮੇਰੇ ਅੰਦਰ ਸਰੀਰ ਦੇ ਅੰਦਰ ਉਨੀ ਤਾਕਤ ਨਹੀਂ ਰਹੀ, ਉਨੀ ਸੱਤਿਆ ਨਹੀਂ ਰਹੀ। ਇੱਕ ਹੋਰ ਮੈਂ ਤੈਨੂੰ ਇੱਕ ਗੱਲ ਕਹਿਣਾ ਚਾਹੁੰਦੀ ਹਾਂ ਬੱਚਿਆ, ਧਿਆਨ ਨਾਲ ਸੁਣੀ, ਕਿ ਕਦੇ ਵੇਲਾ ਹੁੰਦਾ ਸੀ ਤੂੰ ਮੈਨੂੰ ਕਹਾਣੀਆਂ ਸੁਣਾਉਂਦਾ ਹੁੰਦਾ ਸੀਗਾ, ਮੈਂ ਬੜੇ ਧਿਆਨ ਨਾਲ ਤੇਰੀਆਂ ਕਹਾਣੀਆਂ ਸੁਣਦੀ ਸੀਗੀ। ਤੂੰ ਮੈਨੂੰ ਵਾਰ-ਵਾਰ ਕਹਾਣੀਆਂ ਸੁਣਾਉਣੀਆਂ, ਮੈਂ ਤੇਰੀ ਕਹਾਣੀ ਸੁਣਨੀ ਔਰ ਤੈਨੂੰ ਪਿਆਰ ਕਰਨਾ। ਅੱਜ ਮੈਂ ਆਪਣੀ ਗੱਲ ਤੈਨੂੰ ਸੁਣਾਉਣਾ ਚਾਹੁੰਦੀ ਹਾਂ, ਮੇਰਾ ਅੰਤਲਾ ਸਮਾਂ ਹੈ ਔਰ ਮੈਂ ਤੈਨੂੰ ਆਪਣੀ ਗੱਲ ਸੁਣਾਉਣਾ ਚਾਹੁੰਦੀ ਹਾਂ, ਪਰ ਅੱਜ ਮੈਂ ਦੇਖਦੀ ਹਾਂ ਕਿ ਮੇਰੇ ਕੋਲ ਕੋਈ ਵੀ ਨਹੀਂ। ਮੈਂ ਤੈਨੂੰ ਆਪਣੀ ਗੱਲ ਸੁਣਾਉਣਾ ਚਾਹੁੰਦੀ ਹਾਂ, ਮੇਰੇ ਕੋਲ ਆ ਕੇ ਬਹਿ ਜਾਵੀਂ ਕਿ ਮੈਂ ਆਪਣਾ ਇੱਕ ਦੁੱਖੜਾ ਤੇਰੇ ਅੱਗੇ ਕਹਿ ਸਕਾਂ। ਔਰ ਜਦੋਂ ਮੈਂ ਇਸ ਜਹਾਨ ਤੋਂ ਜਾਵਾਂ, ਮੈਂ ਇਕੱਲੀ ਕਮਰੇ ਵਿੱਚ ਨਹੀਂ ਜਾਣਾ ਚਾਹੁੰਦੀ, ਮੈਂ ਤੇਰਾ ਹੱਥ ਆਪਣੇ ਹੱਥ ਵਿੱਚ ਲੈ ਕੇ ਇਸ ਜਹਾਨ ਤੋਂ ਜਾਣਾ ਚਾਹੁੰਦੀ ਹਾਂ, ਤਾਂ ਕਿ ਮੈਂ ਰੱਬ ਨੂੰ ਕਹਿ ਸਕਾਂ ਮੇਰੇ ਬੇਟੇ ਨੇ ਆਪਣੇ ਮਾਤਾ ਪਿਤਾ ਦੀ ਬਹੁਤ ਸੇਵਾ ਕੀਤੀ। ਲੇਕਿਨ ਹਾਲਾਤ ਇਹ ਹੋ ਗਏ ਨੇ, ਅਸੀਂ ਉਸ ਬਜ਼ੁਰਗ ਦੇ ਇਸ ਦੁਖਾਂਤ ਨੂੰ ਨਹੀਂ ਸਮਝ ਰਹੇ ਜੀ, ਨਹੀਂ ਸਮਝ ਰਹੇ। ਮਰਨ ਤੋਂ ਬਾਅਦ ਦੇ ਜਿਹੜੇ ਅਸੀਂ ਕਰਮ ਨੇ ਉਹ ਕਰ ਰਹੇ ਹਾਂ ਜੀ, ਕਿ ਮੂੰਹ ਵਿੱਚ ਘਿਓ ਪਾਤਾ, ਸ਼ਰਾਧ ਮਨਾ ਲਏ, ਔਰ ਇਹ ਸ਼ਰਾਧ ਮਨਾ ਕੇ ਅਸੀਂ ਸੋਚਦੇ ਹਾਂ ਜੋ ਕੁਝ ਅਸੀਂ ਧਰਮੀ ਬੰਦਿਆਂ ਨੂੰ ਖਵਾ ਰਹੇ ਹਾਂ ਕਿ ਉਹ ਸਾਡੇ ਬਜ਼ੁਰਗਾਂ ਤੱਕ ਜਾ ਰਿਹਾ ਹੈ। ਸਾਨੂੰ ਤੇ ਸਪਸ਼ਟ ਸਿਧਾਂਤ ਦਿੱਤਾ ਸੀ ਕਿ ਜਿਉਂਦਿਆਂ ਮਾਤਾ ਪਿਤਾ ਦੀ ਸੇਵਾ ਕਰੋ। ਆ ਜੋ ਕੁਝ ਤੁਸੀਂ ਆਪਣੇ ਬੱਚਿਆਂ ਜਿਉਂਦੇ ਮਾਤਾ ਪਿਤਾ ਨੂੰ ਖਵਾਉਂਦੇ ਹੋ, ਉਹ ਤੁਹਾਡਾ ਜਿਹੜਾ ਹੈ ਫਲਦਾਇਕ ਹੋਵੇਗਾ, ਮਰਨ ਤੋਂ ਬਾਅਦ ਤੇ ਕੋਈ ਉਹਦੇ ਤੱਕ ਨਹੀਂ ਪਹੁੰਚਣਾ। ਲੇਕਿਨ ਅੱਜ ਹਾਲਾਤ ਇਹ ਹੋ ਗਏ, ਅੱਜ ਦਾ ਸਾਇੰਸ ਦਾ ਯੁੱਗ ਹੈ। ਇੱਕ ਨੌਜਵਾਨ ਕਹਿੰਦਾ, ਉਹ ਕਹਿੰਦਾ ਕਿ ਮੈਂ ਦੇਖਦਾ ਸੰਸਾਰ ਦੇ ਅੰਦਰ ਕਿ ਜਿਹੜਾ ਸੰਚਾਰ ਦਾ ਸਾਡਾ ਸਾਧਨ ਹੈ, ਇੱਕ ਦੂਜੇ ਨੂੰ ਵਿਚਾਰ ਆਦਾਨ ਪ੍ਰਦਾਨ ਕਰਨੇ। ਪਹਿਲਾਂ ਹੁੰਦਾ ਸੀ ਕਿ ਕੋਈ ਕਬੂਤਰ ਜਾਂਦਾ ਸੀਗਾ, ਕਬੂਤਰ ਦੇ ਜਿਹੜੀ ਆਪਣਾ ਮੈਸੇਜ ਅਸੀਂ ਬੰਨ੍ਹ ਦਿੰਦੇ ਸੀਗੇ, ਕਾਫੀ ਟਾਈਮ ਲੱਗਦਾ ਸੀਗਾ। ਫਿਰ ਚਿੱਠੀ ਆ ਗਈ, 2-3 ਦਿਨ ਚਿੱਠੀ ਨੂੰ ਲੱਗ ਜਾਂਦੇ ਸੀਗੇ। ਇਸ ਤੋਂ ਬਾਅਦ ਟੈਲੀਗ੍ਰਾਮ ਆ ਗਈ, ਇੱਕ ਦਿਨ ਟੈਲੀਗ੍ਰਾਮ ਤੇ ਲੱਗ ਜਾਂਦੀ ਸੀ, ਕਿਸੇ ਦੂਰ ਦਰਾੜੇ ਆਪਣਾ ਸੰਦੇਸ਼ ਭੇਜਣਾ ਹੁੰਦਾ ਸੀਗਾ। ਫਿਰ ਅੱਜ ਦਾ ਜਿਹੜਾ ਯੁੱਗ ਹੈ, ਜਿਹਨੂੰ ਅਸੀਂ ਕੰਪਿਊਟਰ ਦਾ ਯੁੱਗ, ਟੈਕਨੋਲੋਜੀ ਦਾ ਯੁੱਗ ਕਹਿੰਦੇ ਹਾਂ ਜੀ, ਇਸ ਯੁੱਗ ਦੇ ਅੰਦਰ ਅਸੀਂ ਇੱਥੋਂ ਈਮੇਲ ਕਰਦੇ ਹਾਂ, 1 ਸੈਕਿੰਡ ਦੇ ਅੰਦਰ ਅਮਰੀਕਾ, ਨਿਊਜ਼ੀਲੈਂਡ, ਸਾਰੀ ਦੁਨੀਆ ਤੱਕ ਪਹੁੰਚ ਜਾਂਦੀ ਹੈ। ਬੜਾ ਫਾਸਟ ਹੈ ਵੇ। ਲੇਕਿਨ ਉਹ ਕਹਿੰਦੇ ਇਸ ਤੋਂ ਫਾਸਟ ਵੀ ਇੱਕ ਵੇ ਹੈ। ਉਹ ਕਾਹਦਾ? ਕਿ ਜਦੋਂ ਸ਼ਰਾਧਾਂ ਦੇ ਟਾਈਮ ਅਸੀਂ ਧਰਮੀ ਲੋਕਾਂ ਨੂੰ ਉਹਨਾਂ ਦੇ ਆਪਣੇ ਪਿਤਰਾਂ ਦੇ ਨਮਿਤ ਭੋਜਨ ਛਕਾਉਂਦੇ ਹਾਂ, ਇੱਥੇ ਖਾਂਦੇ ਹਾਂ, ਕਰੋੜਾਂ ਕੋ ਦੂਰ ਪਿਤਰਾਂ ਤੱਕ ਪਹੁੰਚ ਜਾਂਦਾ। ਕਹਿੰਦਾ ਹੈਰਾਨ ਹੋ ਗਿਆ ਵੀ ਇਸ ਤੋਂ ਇੱਕ ਕਿੰਨੀ ਫਾਸਟ ਸਰਵਿਸ ਹੈ ਜੀ। ਸੋ ਪਾਤਸ਼ਾਹ ਜੀ ਨੇ ਸਾਨੂੰ ਸਮਝਾਇਆ ਕਿ ਨਹੀਂ, ਇਸ ਢੰਗ ਦੇ ਨਾਲ ਆਪਣੇ ਮਾਤਾ ਪਿਤਾ ਦੀ ਸੇਵਾ ਨਹੀਂ ਕਰਨੀ, ਆਪਣੇ ਮਾਤਾ ਪਿਤਾ ਦੀ ਸੇਵਾ ਕਰਨੀ ਹੈ, ਉਹਨਾਂ ਦੇ ਜਿਉਂਦੇ ਜੂ ਕਰਨੀ ਹੈ। ਜੇ ਜਿਉਂਦੇ ਜੂ ਅਸੀਂ ਸੇਵਾ ਕੀਤੀ ਹੁੰਦੀ, ਅੱਜ ਪੰਜਾਬ ਦੇ ਅੰਦਰ ਅਸੀਂ ਦੇਖਦੇ ਹਾਂ ਕਿ ਬਿਰਧ ਆਸ਼ਰਮ ਹੋਂਦ ਵਿੱਚ ਆ ਗਏ, ਨਹੀਂ ਸੀ ਆਣੇ। ਕਿਉਂਕਿ ਭਾਈ ਗੁਰਦਾਸ ਕਹਿੰਦੇ ਹੋਵੇ ਸਰਵਣ ਵਿਰਲਾ ਕੋਈ, ਸਰਵਣ ਪੁੱਤਰਾਂ ਦੀ ਧਰਤੀ ਹੋਵੇ ਔਰ ਪੰਜਾਬ ਦੇ ਅੰਦਰ ਇਹ ਦੁਖਾਂਤ ਵਾਪਰ ਜਾਵੇ, ਇਸ ਤੋਂ ਜ਼ਿਆਦਾ ਤਰਾਸਦੀ ਸਾਡੇ ਪੰਥ ਨਾਲ ਹੋਰ ਕੀ ਹੋ ਸਕਦੀ ਹੈ, ਸਾਡੇ ਸਮਾਜ ਨਾਲ ਕੀ ਹੋ ਸਕਦੀ ਹੈ, ਜਿੱਥੇ ਅਸੀਂ ਆਪਣੇ ਮਾਤਾ ਪਿਤਾ ਨੂੰ ਵਿਸਾਰ ਦਿੱਤਾ। ਔਰ ਨਾ ਕੇਵਲ ਵਿਸਾਰ ਦਿੱਤਾ, ਸਗੋਂ ਹਾਲਾਤ ਇਹ ਹੋ ਗਈ ਹੈ ਹੁਣ ਕਿ ਇੱਕ ਬਜ਼ੁਰਗ ਸਾਰੀ ਰਾਤ ਖੰਘਦਾ ਰਹਿੰਦਾ ਸੀ, ਕਿਉਂਕਿ ਉਹਨੂੰ ਪ੍ਰੋਬਲਮ ਸੀਗੀ, ਬਿਮਾਰੀ ਹੋ ਗਈ। ਹੁਣ ਜਿਹੜਾ ਮਕਾਨ ਦਾ ਮਾਲਕ ਸੀਗਾ, ਹੁਣ ਉਹਨੂੰ ਥਾਂ ਕਿਹੜੀ ਦਿੱਤੀ ਹੈ ਅਸੀਂ? ਪੋਰਚ ਦੇ ਲਾਗੇ, ਜਿੱਥੇ ਨਾਲੀ ਵਹਿ ਰਹੀ ਹੈ, ਦੁਰਗੰਧ ਦੇ ਲਾਗੇ, ਬਿਲਕੁਲ ਕੋਨੇ ਦੇ ਅੰਦਰ ਹੱਡੀਆਂ ਦਾ ਮੁੱਠ ਬਣਿਆ ਹੋਇਆ ਉਹ ਬਜ਼ੁਰਗ ਬਾਪੂ, ਜਿਹੜਾ ਬਹੁਤ ਵੱਡੇ ਮਕਾਨ ਦਾ ਮਾਲਕ ਸੀ, ਅੱਜ ਨਿੱਕੀ ਜੀ ਮੰਜੀ ਦੇ ਉੱਤੇ ਪਿਆ ਹੈ ਔਰ ਉਹਨੂੰ ਕੋਈ ਪੁੱਛਣ ਵਾਲਾ ਨਹੀਂ, ਸਾਰੀ ਰਾਤ ਖੰਘਦਾ ਹੈ। ਪਤਨੀ ਰਾਤ ਨੂੰ ਕਹਿੰਦੀ ਹੈ ਸੌਣ ਨਹੀਂ ਦਿੰਦਾ, ਪਤੀ ਕਹਿੰਦਾ ਮੈਂ ਵੀ ਪਰੇਸ਼ਾਨ ਹਾਂ। ਪਤਨੀ ਕਹਿੰਦੀ ਫਿਰ ਇਹਦਾ ਇੰਤਜ਼ਾਮ ਕਰ, ਕਹਿੰਦੀ ਹੈ ਠੀਕ ਹੈ ਇੰਤਜ਼ਾਮ। ਪਤੀ ਕਹਿੰਦਾ ਅੱਜ ਮੈਂ ਕਰ ਦੇਵਾਂਗਾ। ਜੇ ਬਿਰਧ ਆਸ਼ਰਮ ਭੇਜਦਾ ਹੈ, ਸਮਾਜ ਵਿੱਚ ਬੇਇੱਜ਼ਤੀ ਹੁੰਦੀ ਹੈ। ਹੁਣ ਇੰਤਜ਼ਾਮ ਕਿਹੜਾ ਕਰਨਾ ਸੀ? ਰਾਤ ਨੂੰ ਚੁੱਕਿਆ ਉਸ ਆਪਣੇ ਬਜ਼ੁਰਗ ਬਾਪੂ ਨੂੰ, ਹੱਡੀਆਂ ਦੀ ਮੁੱਠ ਸੀ, ਲੈ ਕੇ ਜਾ ਰਿਹਾ ਹੈ। ਰਾਹ ਦੇ ਵਿੱਚ ਬਜ਼ੁਰਗ ਨੇ ਇੱਕ ਗੱਲ ਆਖੀ, ਬੱਚਿਆ ਮੈਨੂੰ ਪਤਾ ਹੈ ਤੂੰ ਮੈਨੂੰ ਕਿੱਥੇ ਲੈ ਕੇ ਜਾ ਰਿਹਾ, ਪਰ ਇੱਕ ਗੱਲ ਮੈਂ ਤੈਨੂੰ
ਕਹਿਣਾ ਚਾਹੁੰਦਾ ਉਹ ਮੇਰੀ ਗੱਲ ਧਿਆਨ ਨਾਲ ਸੁਣ। ਉਹ ਕਹਿੰਦਾ ਬਾਪੂ ਸੁਣਦਾ, ਥਾਂ ਪਹੁੰਚ ਗਏ ਜਿਸ ਥਾਂ ਤੇ ਜਾਣਾ ਸੀ, ਉਸ ਥਾਂ ਤੇ ਖੜੇ ਹੋ ਗਏ। ਹੁਣ ਦੱਸ ਕੀ ਕਹਿਣਾ ਚਾਹੁੰਦਾ ਹੈ? ਮੈਂ ਤੈਨੂੰ ਇਹ ਕਹਿਣਾ ਚਾਹੁੰਦਾ, ਮੈਨੂੰ ਪਤਾ ਹੈ ਤੂੰ ਮੈਨੂੰ ਡੁੱਬਣ ਵਾਸਤੇ ਆਇਆ, ਛੁਟਕਾਰਾ ਪਾਣਾ ਚਾਹੁੰਦਾ ਮੇਰੇ ਤੋਂ, ਲੇਕਿਨ ਮੈਂ ਤੈਨੂੰ ਇਹ ਗੱਲ ਕਹਿਣੀ ਚਾਹੁੰਦਾ ਵੀ ਆਹ ਜਿਹੜਾ ਨਹਿਰ ਦਾ ਕੰਢਾ ਜਿੱਥੇ ਤੂੰ ਖੜਿਆ, ਇੱਥੇ ਨਾ ਮੈਨੂੰ ਡੋਬ, ਅੱਗੇ ਜਾ ਕੇ ਡੋਬ ਦੇ, ਥੋੜਾ ਅੱਗੇ। ਉਹ ਕਹਿੰਦਾ ਕਿਉਂ? ਕਹਿੰਦਾ ਇਸ ਕਰਕੇ ਕਿ ਇਸ ਕੰਢੇ ਦੇ ਉੱਤੇ, ਇਸ ਕਿਨਾਰੇ ਤੇ ਕਦੇ ਮੈਂ ਆਪਣੇ ਪਿਓ ਨੂੰ ਡੋਬਿਆ ਸੀ, ਤੂੰ ਮੈਨੂੰ ਅੱਗੇ ਜਾ ਕੇ ਡੋਬ, ਲੇਕਿਨ ਆਪਣਾ ਕੰਢਾ ਨੀਅਤ ਕਰਕੇ ਜਾਏ ਜਿੱਥੇ ਤੈਨੂੰ ਤੇਰੀ ਔਲਾਦ ਨੇ ਡੋਬਣਾ ਹੈ। ਰਾਈਟ। ਇਸ ਕਰਕੇ ਸੋ ਜੋ ਬੀਜੋਗੇ ਜੀ ਉਹ ਤਾਂ ਉਸ ਨੂੰ ਤੁਹਾਨੂੰ ਉਹ ਕੱਟਣਾ ਹੀ ਪੈਣਾ ਹੈਗਾ। ਜੇ ਉਹ ਜੋ ਬੀਜੇ ਸੋ ਬਿਨਾ ਜਿਹਾ ਬੀਜੇ ਸੋ ਲੂਣੇ, ਬਿਲਕੁਲ ਜੀ, ਉਹ ਤਾਂ ਸਾਨੂੰ ਕਰਨਾ ਹੀ ਪੈਣਾ, ਉਹ ਸਾਨੂੰ ਕਰਨਾ ਪੈਣਾ। ਜੋ ਅਸੀਂ ਅੱਜ ਆਪਣੇ ਮਾਤਾ ਪਿਤਾ ਨਾਲ ਕਰ ਰਹੇ ਹਾਂ, ਸਾਡੇ ਬੱਚੇ ਉਹ ਸਾਨੂੰ ਠੀਕ ਵਿਵਹਾਰ ਕਰਦੇ ਹੋਏ ਦੇਖ ਰਹੇ ਹਾਂ ਕਿ ਤੁਸੀਂ ਆਪਣੇ ਬੱਚਿਆਂ ਨਾਲ ਕੈਸਾ ਵਿਵਹਾਰ ਕਰ ਰਹੇ ਹੋ। ਇਸ ਕਰਕੇ ਸਾਨੂੰ ਅਸੀਂ ਸੇਵਾ ਦੇ ਕਨਸੈਪਟ ਨੂੰ ਸਮਝਣਾ ਹੈ, ਔਰ ਸਭ ਤੋਂ ਪਹਿਲੀ ਸ਼ੁਰੂਆਤ ਜਿਹੜੀ ਹੈ ਉਹ ਆਪਣੇ ਘਰ ਤੋਂ ਕਰਨੀ ਹੈ। ਠੀਕ, ਜਿਵੇਂ ਸਰਵਿਸ ਆਫ ਹਿਊਮੈਨਿਟੀ ਇਜ਼ ਦ ਸਰਵਿਸ ਆਫ ਗॉड, ਜਿਵੇਂ ਸੇਵਾ ਇਹਨੂੰ ਹੀ ਕਿਹਾ ਗਿਆ ਕਿ ਮਨੁੱਖਤਾ ਦੀ ਸੇਵਾ ਕਰਨੀ, ਪਰਮਾਤਮਾ ਦੀ ਸੇਵਾ ਕਰਨੀ ਹੈ। ਬਿਲਕੁਲ ਜੀ, ਪਰ ਉਹੀ ਗੱਲ ਆ ਗਈ ਭਾਈ ਸਾਹਿਬ, ਇਹ ਗੱਲ ਕਿਉਂ ਨਹੀਂ ਬੈਠਦੀ ਦਿਮਾਗ ਦੇ ਵਿੱਚ? ਅੱਜ ਉਹੀ ਹੈ ਕਿ ਮੈਂ ਜਾ ਕੇ ਗੁਰਦੁਆਰੇ 2-2 3-3 ਘੰਟੇ ਤਾਂ ਉੱਥੇ ਲਾਉਣ ਨੂੰ ਤਿਆਰ ਹੈਗਾ, ਪਰ ਮੇਰੇ ਕੋਲ ਸਮਾਂ ਨਹੀਂ ਹੈਗਾ ਕਿ ਮੈਂ ਆਪਣੇ ਬਜ਼ੁਰਗਾਂ ਨਾਲ ਬੈਠ ਕੇ ਜਾਂ ਆਪਣੇ ਜਿਸ ਨੂੰ ਜ਼ਰੂਰਤ ਹੈ ਉਸ ਨਾਲ ਬੈਠ ਕੇ, ਉਹ ਸਮਾਂ ਕੱਢ ਕੇ ਉਸ ਦੇ ਨਾਲ ਬੈਠ ਕੇ ਉਸ ਦੀ ਸੁਣ ਸਕਾਂ ਜਾਂ ਜੋ ਵੀ ਮੈਂ ਯੋਗਦਾਨ ਪਾ ਸਕਾਂ ਉਹ ਕਰ ਸਕਾਂ। ਸੋ ਇਹਦੇ ਵਾਸਤੇ ਤੁਸੀਂ ਕੀ ਮਹਿਸੂਸ ਕਰਦੇ ਹੋ? ਤੁਸੀਂ ਦੁਨੀਆ ਭਰ ਘੁੰਮਦੇ ਹੈਗੇ ਹੋ, ਹਰ ਪਾਸੇ ਇਹੀ ਸਮੱਸਿਆ, ਭਾਵੇਂ ਕੈਨੇਡਾ ਤੇ ਭਾਵੇਂ ਇੰਡੀਆ ਹੈ, ਲੋਕਾਂ ਦੇ ਵਿੱਚ ਉਹ ਜਿਹੜੀ ਰੇਸ ਲੱਗੀ ਉਸ ਵਿੱਚ ਸਮਾਂ ਜਿਹੜਾ ਇਹ ਬਹੁਤ ਘੱਟ ਹੁੰਦਾ ਜਾ ਰਿਹਾ ਹੈ। ਤੇ ਸੇਵਾ ਅਸੀਂ ਰਿਚੁਅਲਾਈਜ਼ਡ ਜਿਹੜੀ ਹੈ ਉਹ ਕਰ ਲਈ, ਪੈਸੇ ਦੇ ਕੇ ਪਾਠ ਕਰਵਾ ਲਿਆ, ਮੇਰਾ ਕੰਮ ਹੋ ਗਿਆ। ਇਸ ਦੇ ਫਲ ਦੀ ਜਿਹੜਾ ਜ਼ਿਕਰ ਨਾਲ ਜੋੜਦੇ ਹਾਂ ਜਦੋਂ ਤੁਸੀਂ ਸੇਵਾ, ਥੋੜ੍ਹਾ ਜਿਹਾ ਮੈਂ ਚਾਹਾਂਗਾ ਇਸ ਨੂੰ ਵੀ ਜ਼ਰੂਰ ਟੱਚ ਕਰ ਦਿਓ ਕਿ ਅੱਜ ਦੇ ਸੰਦਰਭ ਵਿੱਚ ਅਸੀਂ ਕਿਸ ਤਰ੍ਹਾਂ ਇਸ ਸੋਚ ਦੇ ਉੱਤੇ ਪਰਪੱਕ ਹੋਈਏ ਤੇ ਕੁਝ ਕਰਨਾ ਸ਼ੁਰੂ ਕਰੀਏ, ਜਿਸ ਤਰ੍ਹਾਂ ਤੁਸੀਂ ਕਿਹਾ ਕਿ ਘਰੋਂ ਸ਼ੁਰੂਆਤ ਕੀਤੀ ਜਾਏ। ਜੀ, ਸੇਵਾ ਦਾ ਡੈਫੀਨੇਸ਼ਨ ਹੈ ਜਿਹੜੀ ਵੱਧ ਤੋਂ ਵੱਧ ਅਸੀਂ ਬਾਣੀ ਨੂੰ ਪੜ੍ਹੀਏ। ਗੁਰੂ ਪਾਤਸ਼ਾਹ ਜੀ ਸੇਵਾ ਨੂੰ ਕਿਸ ਰੂਪ ਵਿੱਚ ਲੈ ਰਹੇ ਨੇ ਜੀ, ਗੁਰੂ ਸਾਹਿਬਾਨਾਂ ਦੇ ਜੀਵਨ ਕੀ ਨੇ ਔਰ ਉਹਨਾਂ ਨੇ ਸੇਵਾ ਨੂੰ ਕਿਸ ਰੂਪ ਦੇ ਵਿੱਚ ਲਿਆ। ਜਿਵੇਂ ਇੱਕ ਮਿਸਾਲ ਵਜੋਂ ਅਸੀਂ ਸੇਵਾ ਕਰਦੇ ਹਾਂ ਗੁਰੂ ਘਰ ਜੀ, ਇੱਕ ਡਾਕਟਰ ਹੈ ਜਾਂ ਇੱਕ ਇੰਜੀਨੀਅਰ ਹੈ, ਜਦੋਂ ਉਹ MBBS ਜਾਂ ਇੰਜੀਨੀਅਰਿੰਗ ਦੀ ਪੜ੍ਹਾਈ ਆਪਣੇ ਕਾਲਜ ਵਿੱਚ ਕਰਦਾ ਹੈ, ਇੰਜੀਨੀਅਰ ਆਪਣੇ ਉਸ ਪ੍ਰਯੋਗਸ਼ਾਲਾ ਦੇ ਅੰਦਰ ਪੁਲ ਨਹੀਂ ਬਣਾਉਂਦਾ, ਉਹਦੇ ਅੰਦਰ ਉਹ ਪੁਲ ਨੂੰ ਤਿਆਰ ਨਹੀਂ ਕਰਦਾ, ਔਰ ਉਹ ਜੋ ਕੁਝ ਸਿੱਖਦਾ ਹੈ ਉਹਨੂੰ ਸਮਾਜ ਵਿੱਚ ਜਾ ਕੇ ਜਿਸ ਥਾਂ ਤੇ ਲੋੜ ਹੈ ਉੱਥੇ ਜਾ ਕੇ ਪੁਲ ਬਣਾਉਂਦਾ ਹੈ। ਰਾਈਟ। ਜਿਹੜਾ ਡਾਕਟਰ ਹੈ ਉਹ ਉੱਥੇ ਜਾ ਕੇ ਉਹ ਡਮੀ ਦੇ ਉੱਤੇ ਉਹ ਆਪਣਾ ਪ੍ਰੈਕਟੀਕਲ ਕਰਦਾ, ਲੇਕਿਨ ਜਦੋਂ ਲੋੜ ਹੈ ਜਿੱਥੇ ਜਾ ਕੇ ਫਿਰ ਮਰੀਜ਼ ਦੇ ਉੱਤੇ ਬਿਲਕੁਲ ਜੀ ਉਸ ਨੂੰ ਬਚਾਉਂਦਾ। ਇਸੇ ਤਰ੍ਹਾਂ ਗੁਰੂ ਘਰ ਜੋ ਹੈ ਸਾਡਾ ਕਲਾਸਰੂਮ ਹੈ, ਸਤਸੰਗ ਚਟਸਾਲ ਹੈ। ਇੱਥੇ ਜਿੱਥੇ ਹਰ ਗੁਣ ਸਿੱਖਾ, ਇੱਥੇ ਅਸੀਂ ਗੁਣ ਸਿੱਖਣੇ ਸੀ, ਲੇਕਿਨ ਅਸੀਂ ਕੇਵਲ ਉਸ ਦਾਇਰੇ ਨੂੰ ਹੀ ਸੀਮਿਤ ਕਰ ਦਿੱਤਾ, ਜਦਕਿ ਸੇਵਾ ਦਾ ਖੇਤਰ ਬੜਾ ਵਿਸ਼ਾਲ ਸੀ। ਬਿਲਕੁਲ ਸਹੀ ਫਰਮਾਇਆ ਜੀ ਕਿ ਇਹ ਵਿਸ਼ਾਲ ਖੇਤਰ ਤੇ ਗੁਰਦੁਆਰੇ ਵਿੱਚ ਜਾ ਕੇ ਤੇ ਅਸੀਂ ਆਪਣੇ ਆਪ ਦੀ ਘੜਤ ਕਰਨੀ ਹੈ, ਉੱਥੋਂ ਇਹ ਸਿਖਲਾਈ ਲੈ ਕੇ ਸਮਾਜ ਦੇ ਵਿੱਚ ਜਾ ਕੇ, ਦੁਨੀਆ ਦੇ ਵਿੱਚ ਜਾ ਕੇ ਉਸ ਨੂੰ ਅਪਲਾਈ ਕਰਨਾ ਹੈ, ਤੇ ਤਦ ਹੀ ਇਹ ਸੇਵਾ ਦਾ ਕਨਸੈਪਟ ਜਿਹੜਾ ਗੁਰੂ ਨੇ ਸਾਨੂੰ ਸਮਝਾਇਆ ਉਸ ਦਾ ਸਾਨੂੰ ਰੀਅਲ ਇੰਪਲੀਮੈਂਟੇਸ਼ਨ ਜਿਹੜੀ ਉਹ ਦੁਨੀਆ ਦੇ ਵਿੱਚ ਜਾ ਕੇ, ਸਮਾਜ ਵਿੱਚ ਜਾ ਕੇ ਹੋਣੀ। ਤੁਹਾਡਾ ਬਹੁਤ ਬਹੁਤ ਧੰਨਵਾਦ ਇਸ ਵਿਸ਼ੇ ਤੇ ਸਾਂਝ ਪਾਉਣ ਲਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਇਸ ਨਾਲ ਹੀ ਕਰਦੇ ਹਾਂ ਜੀ ਅੱਜ ਦੇ ਇਸ ਪ੍ਰੋਗਰਾਮ ਦੀ ਇੱਥੇ ਹੀ ਸਮਾਪਤੀ। ਭਾਈ ਦੀਪਿੰਦਰ ਸਿੰਘ ਜੀ ਨੇ ਜੋ ਸੇਵਾ ਦੇ ਕਨਸੈਪਟ ਬਾਰੇ ਗੱਲਬਾਤ ਕੀਤੀ ਹੈ, ਆਓ ਸਾਰੇ ਯਤਨ ਕਰੀਏ ਕਿ ਇਹ ਚੀਜ਼ਾਂ ਜਦੋਂ ਅਸੀਂ ਸੁਣਨੇ ਹਾਂ ਸਿਰਫ ਇੱਕ ਕੰਨ ਤੋਂ ਸੁਣ ਕੇ ਦੂਸਰੇ ਕੰਨ ਤੋਂ ਕੱਢ ਨਾ ਦਈਏ। ਅੱਜ ਸਮਾਜ ਦੇ ਵਿੱਚ ਜੋ ਸਾਡੇ ਆਲੇ ਦੁਆਲੇ ਹੋ ਰਿਹਾ, ਅਸੀਂ ਸਾਰੇ ਹੀ ਚਿੰਤਿਤ ਹਾਂ, ਪਰ ਇਹ ਚਿੰਤਿਤ ਹੋਣ ਨਾਲ ਕੀ ਕੁਝ ਚੇਂਜ ਹੋ ਜਾਏਗਾ? ਕਿਹਾ ਜਾਂਦਾ ਜੀ ਕਿ ਬੀ ਅ ਚੇਂਜ ਐਂਡ ਨਾਟ ਜਸਟ ਵਿਲ ਫॉर ਅ ਚੇਂਜ। ਸੋ ਇਸ ਚੇਂਜ ਨੂੰ ਲਿਆਉਣ ਵਾਸਤੇ ਆਪਣਾ ਯੋਗਦਾਨ ਜੋ ਅਸੀਂ ਪਾ ਸਕਨੇ ਹਾਂ ਉਸ ਪ੍ਰਤੀ ਜ਼ਰੂਰ ਸੁਹਿਰਦ ਹੋਈਏ ਤੇ ਉਸ ਨਾਲ ਆਟੋਮੈਟਿਕਲੀ ਸਮਾਜ ਵਿੱਚ ਵੀ ਤਬਦੀਲੀ ਆ ਜਾਏਗੀ। 6046037555 ਦੇ ਉੱਤੇ ਫੋਨ ਕਰਕੇ ਤੁਸੀਂ ਕਿਸੇ ਵਿਸ਼ੇ ਬਾਰੇ ਗੱਲਬਾਤ ਕਰਨੀ ਹੋਏ ਤਾਂ ਸਾਂਝ ਪਾ ਸਕਦੇ ਹੋ, ਜਾਂ ਫਿਰ youtube.com/ਹਰਪ੍ਰੀਤ ਸਿੰਘ ਸ਼ੋਅ ਤੇ ਜਾ ਕੇ ਹੋਰ ਐਪੀਸੋਡਸ ਵੀ ਦੇਖ ਸਕਦੇ ਹੋ ਤੇ ਸਾਨੂੰ ਈਮੇਲ ਵੀ ਕਰ ਸਕਦੇ ਹੋ harpreetsingh@gmail.com। ਲੈਣਾ ਆ ਗਿਆ, ਫਿਰ ਮੁਲਾਕਾਤ ਕਰਾਂਗੇ, ਤਦ ਤੱਕ ਗੁੱਡ ਬਾਏ।